यूक्रेन तो वापस परती फरीदकोट की खुशविंदर कौर ने बयान की पूरी वारदात। ਨਾਮ ਖੁਸ਼ਵਿੰਦਰ ਕੌਰ ਹੈ। ਮੇਰੇ ਫਾਦਰ ਦਾ ਨਾਮ ਸਰਬਜੀਤ ਸਿੰਘ ਬਰਾੜ ਹੈ, ਮਦਰ ਦਾ ਨਾਮ ਪਰਮਿੰਦਰ ਕੌਰ ਹੈ ਤੇ ਮੈਂ ਫਰੀਦਕੋਟ ਜ਼ਿਲ੍ਹੇ ਤੋਂ ਬਿਲੋਂਗ ਕਰਦੀ ਹਾਂ। ਤੇ ਮੈਂ 2017 ਵਿੱਚ ਆਪਣੀ MBBS ਦੀ ਪੜ੍ਹਾਈ ਕਰਨ ਲਈ ਯੂਕਰੇਨ ਵਿੱਚ ਗਈ ਸੀ, ਖਾਰਕਿਵ ਸਿਟੀ ਵਿੱਚ। KNU ਮੇਰੀ ਯੂਨੀਵਰਸਿਟੀ ਦਾ ਨਾਮ ਹੈ। ਤੇ ਉੱਥੇ 24 ਤਰੀਕ ਦੀ ਸਵੇਰ ਨੂੰ ਅਸੀਂ ਸਾਰੇ ਆਰਾਮ ਨਾਲ ਸੁੱਤੇ ਹੋਏ ਸੀ, ਕੁਝ ਨਹੀਂ ਪਤਾ, ਤੇ ਇੱਕਦਮ ਸਾਨੂੰ ਐਕਸਪਲੋਜਨਸ ਦੀਆਂ ਆਵਾਜ਼ਾਂ ਆਈਆਂ ਤੇ ਸਾਰੇ ਇੱਕਦਮ ਪੈਨਿਕ ਹੋ ਗਏ ਕਿ ਕੀ ਹੋ ਰਿਹਾ ਇਹ ਉਹ। ਤੇ ਫਿਰ ਸਾਡੇ ਏਜੰਟਸ ਨੇ ਫੇਸਬੁੱਕ 'ਤੇ ਅਪਡੇਟ ਕੀਤਾ ਕਿ ਵਾਰ ਸ਼ੁਰੂ ਹੋ ਗਈ ਹੈ, ਪੈਨਿਕ ਨਾ ਹੋਵੋ, ਜਿੱਥੇ ਵੀ ਬੈਠਾ ਸਾਰੇ ਬੈਠ ਜਾਓ ਆਪਣੇ ਗਰੁੱਪਸ ਬਣਾ ਕੇ। ਤੇ ਉਸੇ ਦਿਨ 24 ਦੀ ਸ਼ਾਮ ਨੂੰ ਮੇਰੀ ਬੱਸ ਸੀਗੀ ਕੀਵ ਨੂੰ, ਕਿਉਂਕਿ 25 ਦੀ ਮਾਰਨਿੰਗ 'ਚ ਮੇਰੀ ਫਲਾਈਟ ਸੀਗੀ, ਮੈਂ ਇੰਡੀਆ ਆਉਣਾ ਸੀਗਾ। ਤੇ ਮੇਰੇ ਫਰੈਂਡਸ ਜਿਹੜੇ ਆਲਰੇਡੀ ਕੀਵ ਜਾ ਚੁੱਕੇ ਸੀਗੇ ਉਹਨਾਂ ਨੂੰ ਮਨਾ ਕਰ ਦਿੱਤਾ ਗਿਆ ਕਿ 에ਅਰਪੋਰਟ ਐਂਟਰ ਨਹੀਂ ਕਰਨਾ, ਉਹਨਾਂ ਨੂੰ ਸਿੱਧੀ ਬੱਸ ਕੀਵ ਸਿਟੀ ਲੈ ਗਈ। ਤੇ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਟਰਾਂਸਪੋਰਟੇਸ਼ਨਸ ਬੰਦ ਹੈ, ਕੋਈ ਵੀ ਕਿਤੇ ਵੀ ਰੋਕ ਸਕਦਾ ਹੈ, ਕਿ ਬੱਸ 'ਤੇ ਨਹੀਂ ਚੜ੍ਹਨਾ, ਬਿਲਕੁਲ ਵੀ ਉੱਥੇ ਹੀ ਰਹੋ ਜਿੱਥੇ ਵੀ ਹੈਗੇ ਹੋ। ਸੋ ਮੈਂ ਨਹੀਂ ਚੜ੍ਹ ਪਾਈ, ਘਰੇ ਦੱਸਿਆ, ਘਰ ਦੇ ਬਹੁਤ ਜ਼ਿਆਦਾ ਪੈਨਿਕ ਹੋ ਗਏ ਕਿ ਇਹ ਕੀ ਹੋ ਗਿਆ। ਆਪਾਂ ਤਾਂ ਇੰਨਾ ਸੋਚਿਆ ਸੀ ਕਿ ਕੱਲ੍ਹ ਨੂੰ ਆ ਜਾਣਾ, ਬਟ ਨਹੀਂ ਆਇਆ ਜਾ ਰਿਹਾ, ਹੁਣ ਕੀ ਬਣੂਗਾ। ਫਿਰ ਥੋੜ੍ਹੇ ਟਾਈਮ 'ਚ ਹੀ ਅਪਡੇਟਸ ਆਈਆਂ ਕਿ ਆਪਣੇ ਨੀਅਰ ਬਾਏ ਬੰਕਰਸ ਜਾਂ ਮੈਟਰੋ ਸਟੇਸ਼ਨਸ ਲੱਭੋ ਅਤੇ ਆਪਣਾ ਸਮਾਨ ਲੈ ਕੇ ਥੋੜ੍ਹਾ ਬਹੁਤਾ ਜੋ ਵੀ ਹੱਥ ਵਿੱਚ ਹੈ ਅਤੇ ਉੱਥੇ ਪਹੁੰਚੋ। ਤੇ ਸਾਇਰਨਸ ਵਗੈਰਾ ਸ਼ੁਰੂ ਹੋਏ ਤੇ ਸਾਨੂੰ ਕੁਝ ਨਹੀਂ ਸੀ ਸਮਝ ਆ ਰਿਹਾ। ਅਸੀਂ ਜਸਟ ਆਪਣੇ ਪਾਸਪੋਰਟਸ ਚੱਕ ਕੇ ਬੈਗ ਵਿੱਚ 1-2 ਜੋੜੀ ਕੱਪੜਾ ਲਿਆ ਤੇ ਪਾਣੀ ਦੀ ਬੋਟਲਸ, ਥੋੜ੍ਹਾ ਬਹੁਤਾ ਖਾਣ ਨੂੰ ਜੋ ਵੀ ਕਰ ਪਿਆ ਸੀ ਉਹ ਲੈ ਕੇ ਆਪਣੇ ਬੰਕਰਸ ਚਲੇ ਗਏ। ਉੱਥੇ ਥੱਲੇ ਬੈਠਣਾ ਪਿਆ, -2 ਟੈਂਪਰੇਚਰ ਸੀਗਾ ਤੇ ਫੀਵਰ ਵਗੈਰਾ ਵੀ ਹੋ ਗਿਆ ਸਭ ਨੂੰ, ਕਿਉਂਕਿ ਦੂਜੇ ਜਿਵੇਂ ਲੋਕਾਂ ਨੂੰ ਪਤਾ ਉਹਨਾਂ ਨੇ ਇਹ ਸਿਚੁਏਸ਼ਨ ਪਹਿਲਾਂ ਵੀ ਫੇਸ ਕੀਤੀ ਹੈ, ਉਹ ਆਪਣੇ ਸਾਰੇ ਅਰੇਂਜਮੈਂਟਸ, ਬਲੈਂਕਟਸ ਵਗੈਰਾ ਲੈ ਕੇ ਆਏ ਸੀਗੇ, ਬਟ ਸਾਡੇ ਕੋਲ ਕੁਝ ਨਹੀਂ ਸੀਗਾ ਪਹਿਲੇ ਦਿਨ ਤਾਂ। ਸੋ ਉਸ ਦਿਨ ਤਾਂ ਬਹੁਤ ਹੀ ਜ਼ਿਆਦਾ ਔਖਾ ਹੋਇਆ। ਫਿਰ ਨੈਕਸਟ ਡੇ ਜਦੋਂ ਕਰਫਿਊ ਦਾ ਟਾਈਮ ਵਗੈਰਾ ਨਹੀਂ ਸੀਗਾ, ਚੱਕਿਆ ਗਿਆ, ਉਦੋਂ ਅਸੀਂ ਵਾਪਸ ਗਏ ਅਪਾਰਟਮੈਂਟ, ਫਰੈਸ਼ ਵਗੈਰਾ ਹੋਣ ਗਏ ਹਾਂ, ਆਪਣੇ ਖਾਣਾ ਵਗੈਰਾ ਦੀ ਅਰੇਂਜਮੈਂਟ ਕਰਨ ਗਏ ਹਾਂ। ਅਤੇ ਇੱਦਾਂ ਹੀ 2-3 ਦਿਨ ਇੱਦਾਂ ਹੀ ਚੱਲਦਾ ਰਿਹਾ। ਕਦੇ ਥੋੜ੍ਹਾ ਬਹੁਤਾ ਖਾਣ ਨੂੰ ਮਿਲ ਜਾਂਦਾ ਸੀ, ਕਦੇ ਸਾਰਾ ਦਿਨ ਸਾਰੀ ਕੁਝ ਵੀ ਨਹੀਂ ਸੀ ਮਿਲਦਾ, ਇੱਦਾਂ ਹੀ ਚੱਲਦਾ ਰਿਹਾ। ਫਿਰ ਇੱਕ ਦਿਨ ਅਸੀਂ ਸੋਚ ਲਿਆ ਕਿ ਬਹੁਤ ਜ਼ਿਆਦਾ ਸਥਿਤੀ ਖਰਾਬ ਹੋ ਰਹੀ ਹੈ ਉੱਥੋਂ ਦੀ, ਸਾਨੂੰ ਕੁਝ ਐਕਸ਼ਨ ਲੈਣਾ ਚਾਹੀਦਾ, ਕਿਉਂਕਿ ਕਿਸੇ ਵੱਲੋਂ ਹਜੇ ਕੁਝ ਹੈਲਪ ਨਹੀਂ ਸੀ ਮਿਲ ਪਾ ਰਹੀ ਜੋ ਵੀ ਰੀਜ਼ਨਸ ਕਰਕੇ। ਫਿਰ ਅਸੀਂ ਸੋਚਿਆ, ਭੱਜਦੇ ਇੱਕ ਦਿਨ 8 ਵਜੇ ਦੀ ਟ੍ਰੇਨ ਸੀ, ਭੱਜਦੇ ਅਸੀਂ ਰੇਲਵੇ ਸਟੇਸ਼ਨ ਗਏ ਹਾਂ। ਉਹ ਰੇਲਵੇ ਸਟੇਸ਼ਨ 'ਤੇ ਪਹੁੰਚਦੇ ਸਾਰੀ 3-4 ਐਕਸਪਲੋਜਨਸ ਬਿਲਕੁਲ ਨੇੜੇ ਹੋਏ। ਜਿਵੇਂ ਅਸੀਂ ਗਰੁੱਪ ਵਿੱਚ ਸੀ, ਸਾਨੂੰ ਨਹੀਂ ਪਤਾ ਕੁਝ ਬੱਚੇ ਕਿੱਧਰ ਨੂੰ ਚਲੇ ਗਏ, ਕੁਝ ਬੱਚੇ ਰੇਲਵੇ ਸਟੇਸ਼ਨ ਤੋਂ ਬਾਹਰ, ਕੁਝ ਬੰਕਰਸ ਵਿੱਚ, ਕੁਝ ਕਿਸੇ ਹੋਰ ਸਾਈਡ। ਤੇ ਅਸੀਂ ਬਸ ਭੱਜ ਕੇ ਟ੍ਰੇਨ ਚੜ੍ਹੇ ਹਾਂ। ਟ੍ਰੇਨ ਦਾ ਸਫ਼ਰ 22 ਘੰਟੇ ਦਾ ਸੀਗਾ, ਬਿਲਕੁਲ ਟ੍ਰੇਨ ਦੀਆਂ ਲਾਈਟਸ ਆਫ ਸੀਗੀਆਂ, ਸਾਰੇ ਡਰੇ ਹੋਏ ਸੀ। ਟ੍ਰੇਨ ਵੀ ਬਿਲਕੁਲ ਹੌਲੀ ਜਾ ਰਹੀ ਸੀ, ਕਿਉਂਕਿ ਪਤਾ ਨਹੀਂ ਸੀ ਅੱਗੇ ਜਾ ਕੇ ਮੇਬੀ ਟਰੈਕਸ ਵਗੈਰਾ ਖਤਮ ਹੋਣ, ਕੁਝ ਨਹੀਂ ਸੀ ਪਤਾ। 22 ਘੰਟੇ ਦਾ ਸਫ਼ਰ ਤੈਅ ਕੀਤਾ। ਉਹ ਤੋਂ ਬਾਅਦ ਅਸੀਂ ਬਾਰਡਰ 'ਤੇ ਪਹੁੰਚੇ ਹਾਂ ਥੋੜ੍ਹਾ ਬਹੁਤਾ ਤੁਰ ਕੇ, ਅਤੇ ਫਿਰ ਅੱਗੇ ਜਾ ਕੇ ਪੋਲੈਂਡ ਕ੍ਰੋਸਿੰਗ ਤੋਂ ਬਾਅਦ ਸਾਡੀ ਇੰਡੀਅਨ ਐਮਬੈਸੀ ਉੱਥੇ ਪ੍ਰੈਜ਼ੈਂਟ ਸੀਗੀ, ਉਹਨਾਂ ਨੇ ਹੈਲਪ ਕੀਤੀ, ਸਾਨੂੰ ਰਿਸੀਵ ਕੀਤਾ, ਹੋਟਲ ਵਗੈਰਾ ਲੈ ਕੇ ਗਏ, ਖਾਣ ਦੀਆਂ ਅਰੇਂਜਮੈਂਟਸ, ਰਹਿਣ ਦੀਆਂ ਅਰੇਂਜਮੈਂਟਸ, ਐਂਡ ਫਾਈਨਲੀ ਸਾਨੂੰ ਫਲਾਈਟਸ ਵਗੈਰਾ ਕਰਾ ਕੇ ਇੰਡੀਆ ਪਹੁੰਚਾਇਆ। ਸ਼ੁਕਰ ਹੈ ਵਾਹਿਗੁਰੂ ਦਾ ਅਸੀਂ ਜਲਦੀ ਟਾਈਮ 'ਤੇ ਆ ਗਏ ਹਾਂ, ਬਿਕੋਜ਼ ਇਸ ਟਾਈਮ ਉੱਥੇ ਮਾਹੌਲ ਬਹੁਤ ਹੀ ਖਰਾਬ ਹੈ।
ਐਂਡ ਮੀਡੀਆ ਨੇ ਵੀ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ, ਸਾਡੀ ਆਵਾਜ਼ ਹਰ ਕਿਤੇ ਪਹੁੰਚਾਈ ਹੈ, ਤਾਂ ਹੀ ਪੋਸੀਬਲ ਹੋ ਸਕਿਆ। ਤੁਸੀਂ ਉੱਥੇ ਯੂਕਰੇਨ ਦੇ ਵਿੱਚ ਕਿਹੜੇ ਹਾਲਾਤ ਦੇਖੇ ਆ ਜੀ? ਦੇਖੇ ਕੁਛ ਉੱਥੇ ਕੀ ਸੀਗਾ? ਬਹੁਤ ਹੀ ਵਰਸ ਹੈ, ਜਿਵੇਂ ਤੁਹਾਨੂੰ ਪਤਾ ਹੀ ਹੈ ਵਾਰ 'ਚ ਕੀ ਹੁੰਦਾ ਹੈ। ਇੱਕ ਤਾਂ ਸਾਰਾ ਟਾਈਮ ਸੜਕਾਂ ਸੁੰਨੀਆਂ, ਕੋਈ ਨਜ਼ਰ ਨਹੀਂ ਆਉਂਦਾ, ਸਾਰੇ ਡਰੇ ਹੋਏ, ਬੱਚਿਆਂ ਹਰ ਟਾਈਮ ਬੱਚੇ ਰੋਂਦੇ ਹੋਏ, ਆਰਮੀ ਬਿਲਕੁਲ ਘੁੰਮ ਰਹੀ ਹੈ, ਟੈਂਕਸ ਘੁੰਮ ਰਿਹਾ ਸੜਕਾਂ 'ਤੇ। ਆਹ ਕੁਝ ਵੇਖਿਆ, ਬਿਲਡਿੰਗਸ ਬਹੁਤ ਸਾਰੀਆਂ ਬਿਲਕੁਲ ਘਰ ਦੇ ਨੇੜੇ ਵਾਲੀਆਂ ਬਿਲਡਿੰਗਸ ਬਿਲਕੁਲ ਤਬਾਹ ਹੋਈਆਂ ਦੇਖੀਆਂ ਹੋਈਆਂ। ਕਿਉਂ ਤੁਸੀਂ ਗਏ ਆ ਮਤਲਬ ਕਿ ਉੱਥੇ ਸਟੱਡੀ ਕਰਨ ਵਾਸਤੇ, ਜੇ ਇੰਡੀਆ ਦੇ ਵਿੱਚ ਹੀ ਤੁਹਾਨੂੰ ਮਿਲ ਜਾਂਦੀ? ਹਾਂਜੀ ਇਹ ਤਾਂ ਹੈ, ਬਟ ਉਸ ਟਾਈਮ ਨਹੀਂ ਮਿਲੀ, ਸੀਟਸ ਵੀ ਘੱਟ ਸੀਗੀਆਂ ਅਤੇ ਇੱਕ ਇੱਛਾ ਸੀ ਕਿ ਹਾਂ ਡਾਕਟਰ ਹੀ ਬਣਨਾ ਹੈ ਸੀਗਾ ਮਨ ਵਿੱਚ। ਸੋ ਉੱਥੇ ਅਫੋਰਡੇਬਲ ਵੀ ਸੀਗੀ, ਸੋ ਚੂਜ਼ ਕੀਤਾ ਉੱਥੇ ਜਾਣਾ। ਤੁਸੀਂ ਇੱਥੇ ਪਹੁੰਚੇ ਆ, ਕਿਹਦਾ ਧੰਨਵਾਦ ਕਰਨਾ ਚਾਹੋਗੇ? ਕੌਣ ਤੁਹਾਨੂੰ ਇੱਥੇ ਪਹੁੰਚਾਉਣ ਦੇ ਵਿੱਚ ਸਹਾਈ ਹੋਇਆ ਜੀ? ਰੱਬ, ਗਵਰਨਮੈਂਟ ਤੇ ਮੀਡੀਆ ਵੀ, ਤੇ ਅਰਦਾਸਾਂ ਜਿਹੜੇ ਘਰਦਿਆਂ ਨੇ ਕੀਤੀਆਂ, ਤੇ ਥੋੜਾ ਬਹੁਤ ਆਪ ਵੀ ਆਪਦੇ ਸਿਰ ਤੇ ਆਏ ਆ ਸਭ ਕਰ ਕੇ। ਹੁਣ ਤੁਸੀਂ ਇੱਥੇ ਪਹੁੰਚ ਕੇ ਕੀ ਮਹਿਸੂਸ ਕਰ ਰਹੇ ਹੋ ਇੰਡੀਆ ਦੇ ਵਿੱਚ? ਠੀਕ ਲੱਗ ਰਿਹਾ ਹੈ, ਖੁਸ਼ੀ ਹੋ ਰਹੀ ਹੈ, ਬਟ ਹਲੇ ਕਿਤੇ ਨਾ ਕਿਤੇ ਉਹ ਸਾਰੀਆਂ ਵਾਰ ਦੀਆਂ ਇਮੇਜਸ ਵੀ ਹੈਗੀਆਂ ਦਿਮਾਗ 'ਚ, ਬਟ ਖੁਸ਼ੀ ਹੈ ਘਰ ਪਹੁੰਚ ਕੇ। ਮੇਰਾ ਨਾਮ ਪਰਮਿੰਦਰ ਕੌਰ ਹੈ ਜੀ। ਮੇਰੇ ਪਤੀ ਦਾ ਨਾਮ ਸਰਦਾਰ ਸਰਬਜੀਤ ਸਿੰਘ ਬਰਾੜ ਤੇ ਸਾਡੀ ਬੇਟੀ ਖੁਸ਼ਵਿੰਦਰ ਕੌਰ ਹੈ ਜੀ, ਜੋ MBBS ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਈ ਹੋਈ ਸੀ। ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਤੋਂ ਸਾਰੇ ਆਪਾਂ ਨੂੰ ਪਤਾ ਹੈਗਾ ਕਿ ਲੜਾਈ ਲੱਗ ਚੁੱਕੀ ਸੀ। ਪਹਿਲਾਂ ਵੀ ਜਦੋਂ ਖਬਰਾਂ ਆਉਂਦੀਆਂ ਸੀ ਕਿ ਲੜਾਈ ਜਿਹੜੀ ਉੱਥੇ ਸ਼ੁਰੂ ਹੋਣ ਵਾਲੀ ਹੈ, ਕਦੋਂ ਵੀ ਲੜਾਈ ਲੱਗ ਸਕਦੀ ਹੈ, ਅਤੇ ਅਸੀਂ ਬੇਟੇ ਨਾਲ ਜਦੋਂ ਵੀ ਗੱਲ ਕਰਦੇ ਸੀ ਕਿ ਤੂੰ ਵਾਪਸ ਆ ਜਾ ਬੱਚੇ, ਜਦੋਂ ਵੀ ਮਾਹੌਲ ਠੀਕ ਹੋਏਗਾ ਵਾਪਸ ਚਲੇ ਜਾਏ। ਪਰੰਤੂ ਬੇਟੇ ਸਾਨੂੰ ਇਹ ਕਹਿ ਦਿੰਦੀ ਸੀ ਕਿ ਤੁਹਾਡੇ ਜਿਹੜਾ ਇੱਥੇ ਇੰਡੀਆ, ਇੱਥੇ ਜ਼ਿਆਦਾ ਰੌਲਾ ਹੈਗਾ, ਸਾਡੇ ਕੋਈ ਵੀ ਨਹੀਂ, ਤੇ ਨਾਰਮਲ ਜਿਹੜੇ ਲੋਕ ਹੈ ਉਹ ਇੱਥੇ ਤੁਰੇ ਫਿਰਦੇ ਆ। ਫਿਰ ਬੱਚੇ ਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਜੇ ਆਪਣੀ ਪਾਕਿਸਤਾਨ ਨਾਲ ਲੜਾਈ ਲੱਗ ਜਾਵੇ ਤਾਂ ਆਪਾਂ ਵੀ ਨਾਰਮਲੀ ਵਿਚਰਾਂਗੇ ਇੱਥੋਂ। ਪਰੰਤੂ ਨਹੀਂ, ਫਿਰ ਉਹ ਕਹਿ ਰਹੀ ਸੀ ਕਿ ਜਿਹੜੀ ਯੂਨੀਵਰਸਿਟੀ ਉਹ ਸਾਨੂੰ ਅਲਾਉ ਨਹੀਂ ਕਰਦੀ ਕਿ ਤੁਸੀਂ ਜਾਓ, ਅਸੀਂ ਕਲਾਸਿਸ ਲਗਾ ਰਹੇ ਹਾਂ। ਜਦੋਂ ਆਪਣੇ ਭਾਰਤ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ 20 ਜਾਂ ਸ਼ਾਇਦ 21, ਮੈਨੂੰ ਐਗਜ਼ੈਕਟ ਜਿਹੜਾ ਯਾਦ ਨਹੀਂ ਹੈ, ਉਦੋਂ ਅਸੀਂ ਜ਼ਿਆਦਾ ਫਿਕਰਮੰਦ ਹੋਏ ਅਤੇ ਬੱਚੇ ਦੇ ਲਈ ਜਿਹੜੀਆਂ ਹੈਗੀਆਂ ਫਲਾਈਟਸ ਦੇ ਲਈ ਬੁੱਕ ਕਰਵਾਈ। ਇਹਦੀ ਟਿਕਟ ਸਾਨੂੰ 2 ਮਾਰਚ ਦੀ ਮਿਲੀ। ਜਿਸ ਤਰ੍ਹਾਂ ਮਾਹੌਲ ਜਿਹੜਾ ਜ਼ਿਆਦਾ ਉੱਥੇ ਤਣਾਅਪੂਰਨ ਹੋ ਰਿਹਾ ਸੀ, ਅਸੀਂ ਖਬਰਾਂ ਸੁਣਦੇ ਸੀ, ਸਾਨੂੰ ਇਹ ਪਰੇਸ਼ਾਨੀ ਹੋ ਰਹੀ ਸੀ ਕਿ ਬੱਚੇ ਜਲਦੀ ਦੇ ਨਾਲ ਜਿਹੜੀ ਉਹ ਘਰ ਪਹੁੰਚ ਜਾਵੇ। ਤਾਂ ਅਸੀਂ ਕੋਸ਼ਿਸ਼ ਕਰਕੇ ਕਿਸੇ ਪ੍ਰਾਈਵੇਟ ਜਿਹੜੀ 에ਅਰਵੇਜ਼ ਸੀਗੀ ਉਹਦੀ ਟਿਕਟ ਬੁੱਕ ਕਰਵਾਈ। ਉਹ ਟਿਕਟ ਸਾਨੂੰ 25 ਸਵੇਰ ਦੀ ਮਿਲੀ ਅਤੇ ਬੱਚੀ ਨੇ 24 ਤਰੀਕ ਨੂੰ ਸ਼ਾਮ ਨੂੰ ਉੱਥੋਂ ਯੂਕਰੇਨ ਤੋਂ ਖਾਰਕਿਵ ਤੋਂ ਜਿਹੜਾ ਹੈਗਾ ਚੱਲਣਾ ਸੀ। ਪਰੰਤੂ ਉਹ ਨਹੀਂ ਤੁਰ ਪਾਈ ਕਿਉਂਕਿ 24 ਦੀ ਸਵੇਰ ਨੂੰ ਹੀ ਲੜਾਈ ਲੱਗ ਗਈ। ਜਿਹੜੀ ਉਸ ਦੀਆਂ ਦੂਸਰੀਆਂ ਸਹੇਲੀਆਂ ਦਾ ਫਰੈਂਡਸ ਸੀਗੇ, ਉਹਨਾਂ ਨੇ ਉਹਨੂੰ ਫੋਨ 'ਤੇ ਦੱਸ ਦਿੱਤਾ ਕਿ ਤੂੰ ਇੱਥੋਂ ਮੂਵ ਨਹੀਂ ਕਰਨਾ, ਕਿਉਂਕਿ ਕੀਵ ਦੇ ਵਿੱਚ ਜਿਹੜਾ 에ਅਰਪੋਰਟ ਆ ਉਹਦੇ 'ਤੇ ਹਮਲਾ ਹੋ ਗਿਆ, ਜਿਸ ਕਰਕੇ ਅਸੀਂ ਵੀ ਨਹੀਂ ਜਿਹੜੇ ਜਾ ਪਾਏ, ਇਸ ਕਰਕੇ ਤੂੰ ਨਹੀਂ ਆਉਣਾ। ਜਦੋਂ ਸਾਨੂੰ ਪਤਾ ਲੱਗਿਆ ਕਿ ਬੱਚੀ ਨਹੀਂ ਆ ਰਹੀ, ਅਸੀਂ ਬਹੁਤ ਫਿਕਰਮੰਦ ਸੀ। ਮਤਲਬ ਇਹ ਕਿ ਸਾਡੇ ਕੋਲੋਂ ਆਪਣੇ ਜਿਹੜੇ ਹੰਝੂ ਕਾਬੂ 'ਚ ਨਹੀਂ ਸੀ ਆ ਰਹੇ, ਕਿਉਂਕਿ ਬੱਚੀ ਕੋਲੇ ਅਸੀਂ ਪਹੁੰਚ ਨਹੀਂ ਕਰ ਸਕਦੇ ਸੀ, ਬੱਚੀ ਸਾਡੇ ਕੋਲੇ ਨਹੀਂ ਆ ਸਕਦੀ ਸੀ। ਸਿਰਫ ਸਾਡੇ ਕੋਲ ਕੇਵਲ ਤੇ ਕੇਵਲ ਇੱਕ ਅਰਦਾਸਾਂ ਸੀ ਪਰਮਾਤਮਾ ਅੱਗੇ ਕਿ ਜਿਹੜੀ ਬੱਚੀ ਹੈ ਸਾਡੀ ਸਹੀ ਸਲਾਮਤ ਘਰ ਵਾਪਸ ਆਵੇ। ਜਿਸ ਤਰ੍ਹਾਂ ਹਾਲਾਤ ਖਰਾਬ ਹੁੰਦੇ ਜਾਂਦੇ ਸੀ, ਸਾਡਾ ਜਿਹੜੀ ਫਿਕਰ ਹੈ ਉਹ ਹੋਰ ਜ਼ਿਆਦਾ ਵੱਧਦਾ ਜਾਂਦਾ ਸੀ। ਘਰ ਦੇ ਵਿੱਚ ਮਾਹੌਲ ਇਹ ਸੀਗਾ ਕਿ ਬੱਚੀ ਜ਼ਿਆਦਾ ਪਾਪਾ ਦੇ ਨਾਲ ਮੈਸੇਜ ਦੇ ਉੱਤੇ ਗੱਲ ਕਰਦੀ ਸੀ। ਪੁੱਛਣ ਲੱਗਿਆ ਵੀ ਮੈਨੂੰ ਇਹ ਹੁੰਦਾ ਸੀਗਾ ਵੀ ਪਤਾ ਨਹੀਂ ਮੈਨੂੰ ਜਵਾਬ ਕਿਵੇਂ ਮਿਲਣਾ। ਜਦੋਂ ਮੈਂ ਪੁੱਛਦੀ ਸੀ ਤਾਂ ਕਦੇ ਤਾਂ ਕਹਿ ਦਿੰਦੇ ਸੀ ਗੱਲ ਹੋਈ ਹੈ, ਕਦੇ ਕਹਿੰਦੇ ਸੀ ਨਹੀਂ। ਜੇ ਉਸ ਤੋਂ ਜ਼ਿਆਦਾ ਮੈਂ ਪੁੱਛ ਲੈਂਦੀ ਸੀ ਤਾਂ ਮੈਨੂੰ ਜਵਾਬ ਖਿੱਚ ਕੇ ਵੀ ਮਿਲਦਾ ਸੀ, ਕਿਉਂਕਿ ਅਸੀਂ ਬੇਬਸ ਸੀ। ਫਿਰ ਹੌਲੀ ਹੌਲੀ ਬੱਚੇ ਨਾਲ ਜਿੰਨੀ ਕੁ ਗੱਲ ਹੋਣੀ, ਬਸ ਇੰਨਾ ਕੁ ਵੀ ਬੱਚਾ ਸਾਡਾ ਠੀਕ ਹੈ। ਦਿੱਕਤਾਂ ਜਿੰਨੀਆਂ ਉਹਨੂੰ ਆਈਆਂ ਉਹ ਤਾਂ ਸਾਨੂੰ ਘਰ ਆ ਕੇ ਪਤਾ ਚੱਲੀਆਂ ਕਿ ਕੀ ਚੀਜ਼ਾਂ ਉਹਨੇ ਫੇਸ ਕੀਤੀਆਂ। ਜਿਸ ਤਰ੍ਹਾਂ ਬੱਚੇ ਦੇ ਦੱਸਣ ਦੇ ਅਨੁਸਾਰ ਕਿ ਸਾਰਾ ਦਿਨ ਸਾਨੂੰ ਬੈਠਣਾ ਪਿਆ, ਅਸੀਂ ਠੀਕ ਰੈਸਟ ਵੀ ਨਹੀਂ ਕਰ ਸਕਦੇ ਸੀ, ਸਾਨੂੰ ਸਾਰਾ ਦਿਨ ਭੁੱਖੇ ਰਹਿਣਾ ਪਿਆ। ਪਾਣੀ ਵੀ ਅਸੀਂ ਨਹੀਂ ਪੀਂਦੇ ਸੀ ਕਿਉਂਕਿ ਸਾਨੂੰ ਕਿਤੇ ਵਾਸ਼ਰੂਮ ਜਾਣ ਦੀ ਦਿੱਕਤ ਹੁੰਦੀ ਸੀ। ਬਹੁਤ ਜ਼ਿਆਦਾ ਲੋਕ ਗਿਣਤੀ ਦੇ ਵਿੱਚ ਮੈਟਰੋ ਦੇ ਵਿੱਚ ਬੈਠੇ ਹੋਏ ਸੀ, ਬੰਕਰ ਜਿਹੜੇ ਬਣੇ ਹੋਏ। -2 ਟੈਂਪਰੇਚਰ ਦੇ ਵਿੱਚ ਵੀ ਬੱਚੇ, ਕੇਵਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਤੁਸੀਂ ਕੋਈ ਸ਼ੈਲਟਰ ਲੈਣਾ ਹੈਗਾ, ਉੱਥੇ ਮੈਟਰੋ ਸਟੇਸ਼ਨ ਗਏ। ਇਹਨਾਂ ਕੋਲ ਕੁਝ ਵੀ ਨਹੀਂ ਸੀਗਾ। -2 ਟੈਂਪਰੇਚਰ ਦੇ ਵਿੱਚ ਬੱਚੇ ਜਿਹੜੇ ਥੱਲੇ ਬੈਠ ਕੇ ਇਹਨਾਂ ਨੇ ਰਾਤ ਜਿਹੜੀ ਗੁਜ਼ਾਰੀ। ਇੱਕ ਬ੍ਰੈਡ ਦੇ ਪੀਸ 'ਤੇ ਵੀ ਬੱਚਿਆਂ ਨੇ ਜਿਹੜਾ ਦਿਨ ਰਾਤ ਗੁਜ਼ਾਰਿਆ ਹੋਇਆ। ਬਹੁਤ ਮੁਸ਼ਕਲ ਹਾਲਾਤ ਸੀ। ਜਿਸ ਤਰ੍ਹਾਂ ਬੱਚੀ ਦੱਸਦੀ ਹੈ ਕਿ ਜੋ ਬੱਚਾ ਕਰਨਾਟਕਾ ਦਾ ਮਾਰਿਆ ਗਿਆ, ਬਿਲਕੁਲ ਇਹਨਾਂ ਦੇ ਸਾਹਮਣੇ ਜਿਹੜਾ ਹੈਗਾ ਬੰਬ ਡਿੱਗਿਆ। ਉਸ ਤੋਂ ਬਾਅਦ ਦੇ ਵਿੱਚ ਬੱਚਿਆਂ ਨੇ ਫੈਸਲਾ ਕਰ ਲਿਆ ਕਿ ਹੁਣ ਅਸੀਂ ਇੱਥੋਂ ਆਪਣਾ ਜੋਖਮ ਉਠਾ ਕੇ ਜਾਣਾ ਹੈ, ਜਿਸ ਤਰ੍ਹਾਂ ਵੀ ਹੈ ਅਸੀਂ ਘਰ ਪਹੁੰਚਣਾ ਹੈ।
ਫਿਰ ਬੱਚੇ ਜਿਹੜੇ ਹੈਗੇ ਸੀਗੇ ਉੱਥੋਂ ਮੇਰਾ ਖਿਆਲ ਹੈ 28 ਤਰੀਕ ਨੂੰ ਉੱਥੋਂ ਮੂਵ ਕਰਨਾ ਸ਼ੁਰੂ ਕੀਤੇ। ਤਾਂ ਇਹਨਾਂ ਨੂੰ ਟ੍ਰੇਨ ਮਿਲੀ ਉੱਥੋਂ। ਟ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਰਸ਼ ਸੀ। ਜਦੋਂ ਟ੍ਰੇਨ ਲੈਣ ਦੇ ਲਈ ਇਹ ਨਿਕਲੇ, 3 ਜਿਹੜੇ ਵਿਸਫੋਟ ਆ ਉਸ ਵੇਲੇ ਹੋਏ, ਅਤੇ ਜਿਹੜਾ ਬੱਚਿਆਂ ਦਾ ਸਾਰਾ 8 ਬੱਚਿਆਂ ਦਾ ਇਹਨਾਂ ਦਾ ਗਰੁੱਪ ਸੀਗਾ, ਸਾਰੇ ਬੱਚੇ ਇੱਕ ਦੂਸਰੇ ਤੋਂ ਅਲੱਗ ਹੋ ਗਏ। ਇਹਨਾਂ ਨੂੰ ਕੋਈ ਪਤਾ ਨਹੀਂ ਕੌਣ ਬੱਚਾ ਕਿੱਥੇ ਹੈਗਾ, ਕਿੱਥੇ ਕਿੱਥੇ ਇਹ ਟ੍ਰੇਨ ਦੇ ਵਿੱਚ ਚੜ੍ਹ ਗਏ। ਟ੍ਰੇਨ ਹੈ ਜਿਹੜੀ 22 ਘੰਟੇ ਦਾ ਸਫ਼ਰ ਤੈਅ ਕਰਕੇ ਲਵੀਵ ਪਹੁੰਚੀ ਹੈ। ਉੱਥੇ ਆ ਕੇ ਬੱਚੇ ਫਿਰ ਆਪਸ ਦੇ ਵਿੱਚ ਇਕੱਠੇ ਹੋਏ ਅਤੇ ਇਹਨਾਂ ਨੂੰ ਪਤਾ ਲੱਗਿਆ ਕਿ ਜਿੱਥੇ ਵੀ ਜਗ੍ਹਾ ਬੱਚਿਆਂ ਨੂੰ ਮਿਲੀ ਉੱਥੇ ਚੜ੍ਹ ਗਏ ਸੀ। ਫਿਰ ਉੱਥੋਂ ਇਹਨਾਂ ਨੇ ਟੈਕਸੀ ਦਾ ਪ੍ਰਬੰਧ ਕੀਤਾ। ਟੈਕਸੀ ਵੀ ਇਹਨਾਂ ਨੂੰ ਕਾਫੀ ਮਹਿੰਗੇ ਰੇਟ 'ਤੇ ਮਿਲੀ, ਜਿਸ ਤਰ੍ਹਾਂ ਜੰਗ ਦੇ ਹਾਲਾਤ ਹੁੰਦੇ ਆ। ਬੱਚੇ ਨੇ ਉੱਥੋਂ ਟੈਕਸੀ ਜਦੋਂ ਕਰ ਲਈ ਅਤੇ ਪੋਲੈਂਡ ਦੇ ਬਾਰਡਰ 'ਤੇ ਪਹੁੰਚੇ, ਉੱਥੇ ਵੀ ਇਹਨਾਂ ਨੂੰ ਦਿੱਕਤ ਆਈ, ਕਿਉਂਕਿ ਘੱਟੋ ਘੱਟ ਮੇਰਾ ਖਿਆਲ ਹੈ ਵੀ ਬੱਚੇ ਦੱਸ ਰਹੇ 6-7 ਘੰਟੇ ਜਿਹੜੇ ਸਾਨੂੰ ਉੱਥੇ ਰੁਕਣਾ ਪਿਆ, ਬਿਲਕੁਲ ਸਿੱਧੇ ਖੜ੍ਹੇ ਹੋਣਾ ਪਿਆ। ਉੱਥੇ ਵੀ ਜਿਹੜਾ ਟੈਂਪਰੇਚਰ ਆ ਮਾਈਨਸ ਸੀਗਾ। ਤਾਂ ਅੱਜ ਵੀ ਬੱਚੇ ਨੂੰ ਆਏ ਨੂੰ ਹੋ ਗਏ ਆ 4-5 ਦਿਨ, ਫਿਰ ਵੀ ਇਸ ਦੀ ਜਿਹੜੀ ਇੰਨੀ ਪਿੱਠ ਦਰਦ ਹੋ ਰਹੀ ਹੈ ਕਿ ਇਹਦੇ ਕੋਲ ਸਿੱਧਾ ਖੜਾ ਨਹੀਂ ਹੋਇਆ ਜਾ ਰਿਹਾ। ਇਹ ਸਾਰੀਆਂ ਉੱਥੋਂ ਦੀਆਂ ਮੁਸੀਬਤਾਂ ਕਰਕੇ ਹੀ ਅਜਿਹਾ ਹੋ ਰਿਹਾ। ਪਰ ਜਦੋਂ ਇੱਥੇ ਪਹੁੰਚ ਗਏ, ਫਿਰ ਭਾਰਤ ਸਰਕਾਰ ਨੇ ਇਹਨਾਂ ਦੀ ਜਿਹੜੀ ਮਦਦ ਕੀਤੀ। ਐਮਬੈਸੀ ਵਾਲੇ ਆਏ ਹੋਏ ਸੀ, ਇਹਨਾਂ ਨੂੰ ਆਪਣੀ ਜਿਹੜੀ ਹੈਗੀਆਂ ਬੱਸਾਂ ਦੇ ਵਿੱਚ ਬਿਠਾ ਕੇ ਲੈ ਕੇ ਗਏ। ਉੱਥੇ ਇਹਨਾਂ ਨੂੰ ਠਹਿਰਾਇਆ ਗਿਆ, ਸਾਰੇ ਬੱਚਿਆਂ ਨੂੰ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ, ਅਤੇ ਫਿਰ ਇੱਥੋਂ ਜਿਹੜਾ ਹੈਗਾ ਬੱਚਿਆਂ ਨੂੰ ਇੰਡੀਆ ਲੈ ਕੇ ਆਏ। ਬੇਸ਼ੱਕ ਦਿੱਕਤਾਂ ਬਹੁਤ ਸੀਗੀਆਂ, ਉਮੀਦ ਜਿਹੜੀ ਹੈ ਸੀ, ਯਕੀਨ ਨਹੀਂ ਸੀ, ਪਰੰਤੂ ਪ੍ਰਮਾਤਮਾ ਦੀ ਮਿਹਰ ਦੇ ਨਾਲ ਜਿੰਨੇ ਵੀ ਭੈਣ ਭਰਾਵਾਂ ਨੇ ਅਰਦਾਸ ਬੇਨਤੀ ਕੀਤੀ ਹੈ, ਪਤਾ ਨਹੀਂ ਕਿਸ ਦੀ ਬੇਨਤੀ ਉਸ ਪ੍ਰਮਾਤਮਾ ਨੇ ਸੁਣੀ ਹੈ, ਅਤੇ ਸਾਡਾ ਬੱਚਾ ਜਿਹੜਾ ਸਾਡੇ ਵਿੱਚ ਅੱਜ ਮੌਜੂਦ ਹੈ। ਅਸੀਂ ਉਹਦੇ ਆਉਣ 'ਤੇ ਬੜੇ ਖੁਸ਼ ਹੈਗੇ ਹਾਂ। ਬਾਕੀ ਜਿਹੜੇ ਵਕਤ ਹੈ, ਹਾਲਾਤ ਹੈ, ਉਹਦੀਆਂ ਦਿੱਕਤਾਂ ਸਾਰੀਆਂ ਭੁੱਲ ਜਾਂਦੀਆਂ। ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਉਸ ਪ੍ਰਮਾਤਮਾ ਦਾ, ਜਿਸ ਨੇ ਸਾਡੀ ਬੱਚੀ ਨੂੰ ਸਾਡੇ ਦੇ ਨਾਲ ਮਿਲਾਇਆ, ਸਾਡੀ ਝੋਲੀ ਖੁਸ਼ੀਆਂ ਦੇ ਨਾਲ ਭਰੀ। ਫਿਰ ਮੈਂ ਜਿੰਨਾ ਵੀ ਮੀਡੀਆ, ਜਿਨ੍ਹਾਂ ਨੇ ਇਸ ਖਬਰ ਦੇ ਰਾਹੀਂ ਸਾਰੇ ਪ੍ਰਸ਼ਾਸਨ ਨੂੰ ਜਿਹੜਾ ਸੁਚੇਤ ਕੀਤਾ ਹੈ, ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੀ ਹੈ, ਉਹਦੇ ਧੰਨਵਾਦੀ ਹੈ। ਉਸ ਤੋਂ ਬਾਅਦ ਦੇ ਵਿੱਚ ਮੈਂ ਭਾਰਤ ਸਰਕਾਰ ਦੀ ਤਹਿ ਦਿਲੋਂ ਧੰਨਵਾਦੀ ਹਾਂ, ਜਿਸ ਦੇ ਯਤਨਾਂ ਦੇ ਸਦਕਾ ਜਿਹੜਾ ਬੱਚਾ ਹੈ ਸਾਡਾ, ਜਿੰਨੀਆਂ ਵੀ ਐਫਰਟਸ ਕੀਤੀਆਂ ਬਹੁਤ ਹੈ, ਬੱਚਾ ਜਿਹੜਾ ਸਾਡੇ ਵਿੱਚ ਅੱਜ ਮੌਜੂਦ ਹੈ। ਮੈਡਮ, ਇਹਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਦਾ ਵੀ ਜੇ ਆਪਣੇ ਪੰਜਾਬ ਸਰਕਾਰ, ਇੰਡੀਆ ਸਰਕਾਰ ਇਹੀ ਸੁਵਿਧਾਵਾਂ ਜਿਹੜੀਆਂ ਹੈਗੀਆਂ ਆਪਣੇ ਇੱਥੇ ਅਵੇਲੇਬਲ ਕਰਵਾ ਦਿੱਤੀਆਂ ਜਾਣ, ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਨਾ ਜਾਣਾ ਪਵੇ? ਹਾਂਜੀ, ਬਿਲਕੁਲ, ਇਹ ਤਾਂ ਹੈ। ਦੇਖੋ, ਬੱਚੇ ਆਪਣੀ ਪੜ੍ਹਾਈ ਦੇ ਲਈ ਜਾਂ ਚੰਗੇ ਜਿਹੜਾ ਹੈਗੀ ਹੈ ਜੀਵਨ ਦੇ ਲਈ ਬੱਚੇ ਬਾਹਰ ਜਾ ਰਹੇ, ਵਿਦੇਸ਼ਾਂ ਦੇ ਵਿੱਚ ਜਾ ਰਹੇ, ਚਾਹੇ ਉਹ ਯੂਕਰੇਨ ਹੋਵੇ, ਕੈਨੇਡਾ ਹੋਵੇ, ਅਮਰੀਕਾ ਹੋਵੇ। ਮੈਨੂੰ ਇਹ ਲੱਗਦਾ ਵੀ ਲੱਖਾਂ ਰੁਪਏ ਰੋੜ ਕੇ ਬੱਚੇ ਵਾਪਸ ਜਾਂਦੇ ਆ, ਅਤੇ ਮੈਂ ਵਿਦੇਸ਼ਾਂ ਦੀਆਂ ਸਰਕਾਰਾਂ ਤਾਂ ਮੈਨੂੰ ਲੱਗਦਾ ਚੱਲਦੀਆਂ ਸਾਡੇ ਇਹਨਾਂ ਬੱਚਿਆਂ ਦੇ ਸਿਰ 'ਤੇ। ਅਤੇ ਜੇ ਸਾਡੀਆਂ ਸਰਕਾਰਾਂ ਇਹਨਾਂ ਬੱਚਿਆਂ ਦੇ ਲਈ ਇੱਥੇ ਹੀ ਇਹਨਾਂ ਲਈ ਰੋਜ਼ਗਾਰ ਮੁਹੱਈਆ ਕੀਤਾ ਜਾਵੇ, ਇਹਨਾਂ ਦੀਆਂ ਸੀਟਾਂ ਵਧਾ ਦਿੱਤੀਆਂ ਜਾਣ, ਨਾਲੇ ਸਾਡਾ ਪੈਸਾ ਜਿਹੜਾ ਸਾਡੇ ਕੋਲ ਰਹੇ, ਇੰਡੀਆ ਦੇ ਵਿੱਚ ਰਹੇ, ਅਤੇ ਮੈਨੂੰ ਲੱਗਦਾ ਵੀ ਇੰਡੀਆ ਤਾਂ ਸ਼ਾਇਦ ਹੁਣ ਬਜ਼ੁਰਗਾਂ ਦਾ ਦੇਸ਼ ਹੀ ਰਹਿ ਜਾਊਗਾ। ਸਾਡੇ ਬੱਚੇ ਤਾਂ ਸਾਡੇ ਕੋਲੋਂ ਜਾ ਰਹੇ ਹੈ, ਅਤੇ ਬੱਚੇ ਵੀ ਸਾਡੇ ਜਿੰਨਾ ਯੂਥ ਹੈ ਇੱਥੇ ਸੰਭਾਲਿਆ ਰਹੇ, ਅਤੇ ਦੇਸ਼ ਸਾਡਾ ਜਿਹੜਾ ਹੋਰ ਤਰੱਕੀ ਵੱਲ ਜਾਵੇ, ਜੇ ਸਰਕਾਰਾਂ ਜਿਹੜੀਆਂ ਸੁਹਿਰਦਤਾ ਦੇ ਨਾਲ ਯਤਨ ਕਰਨ।